ਅੱਜ ਆਓ ਅਸੀਂ ਜੋ ਪਰਮੇਸ਼ਵਰ ਦੇ ਰਾਜ ਦੇ ਯੋਗ ਹਨ, ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਮੈਂ ਤੁਹਾਨੂੰ ਰੋਕਫੈਲਰ ਬਾਰੇ ਦੱਸਣਾ ਚਾਹੁੰਦਾ ਹਾਂ। 록펠러라는 사람인데요. ਉਹਨਾਂ ਨੂੰ ਵਿਆਪਕ ਤੌਰ ਤੇ ਤੇਲ ਦੇ ਰਾਜੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। 일반적으로는 많이 알려져 있습니다. 이 석유왕 ਉਹਨਾਂ ਦੀ ਕੰਪਨੀ ਵਿੱਚ ਇੱਕ ਕਰਮਚਾਰੀ ਸੀ 항상 ਜੋ ਹਮੇਸ਼ਾ ਆਪਣੀ ਕੰਪਨੀ ਅਤੇ ਉਸ ਦੇ ਤੇਲ ਉਤਪਾਦਾਂ ਦੀ ਗੁਣਵੱਤਾ ਬਾਰੇ ਸ਼ੇਖੀ ਮਾਰਦਾ ਸੀ। 너무 참 질 ਉਸ ਨੇ ਕਿਹਾ, 가격도 ਗੁਣਵੱਤਾ ਬਹੁਤ ਵਧੀਆ ਹੈ ਅਤੇ ਕੀਮਤ ਬਹੁਤ ਸਸਤੀ ਹੈ। 한 직원이 있었습니다. 이 사람은 ਜਦੋਂ ਕਰਮਚਾਰੀ ਵਪਾਰਕ ਦੌਰਿਆਂ ਤੇ ਜਾਂਦਾ ਸੀ 보통 숙소를 ਤਦ ਉਹ ਆਮ ਤੌਰ ਤੇ ਆਪਣੇ ਰਹਿਣ ਲਈ ਇੱਕ ਹੋਟਲ ਦੀ ਵਰਤੋਂ ਕਰਦਾ ਸੀ। 숙박기에 ਜਦੋਂ ਵੀ ਉਹਨਾਂ ਨੇ ਰਜਿਸਟ੍ਰੇਸ਼ਨ ਡੈਸਕ ਤੇ ਆਪਣੇ ਨਾਮ ਤੇ ਦਸਤਖਤ ਕੀਤਾ ਤਦ ਉਹਨਾਂ ਨੇ ਸਭ ਤੋਂ ਪਹਿਲਾਂ $4 ਪ੍ਰਤੀ ਬੈਰਲ ਪ੍ਰਮਾਣਿਕ ਤੇਲ ਲਿਖਿਆ। 적는다고 합니다. 그뿐만 아니고 ਇੰਨਾ ਹੀ ਨਹੀਂ, 주변에 있는 사람 ਜਦੋਂ ਵੀ ਉਹਨਾਂ ਨੇ ਲੋਕਾਂ ਨਾਲ ਗੱਲ ਕੀਤੀ ਤਦ ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਦੱਸਿਆ ਕਿ ਪ੍ਰਮਾਣਿਕ ਤੇਲ $4 ਪ੍ਰਤੀ ਬੈਰਲ ਹੈ। 석유라고 이렇게 얘기하다가 보니까 ਅਜਿਹਾ ਕਰਕੇ 어느덧 ਉਹਨਾਂ ਨੇ ਇੱਕ ਬੈਰਲ ਤੇਲ 별명을 $4 ਉਪਨਾਮ ਕਮਾਇਆ। 석유 한 통 ਉਹ ਜਿੱਥੇ ਵੀ ਜਾਂਦੇ ਸੀ ਅਤੇ ਜਿਸ ਨੂੰ ਵੀ ਮਿਲਦੇ ਸੀ ਉਹ ਹਮੇਸ਼ਾ ਇੱਕ ਬੈਰਲ ਤੇਲ $4 ਬਾਰੇ ਗੱਲ ਕਰਦੇ ਸੀ। 테라도 ਤੇਲ ਦੀ ਕੀਮਤ ਬਾਰੇ ਗੱਲ ਕਰਨ ਤੋਂ ਬਾਅਦ ਹੀ ਉਹ ਆਪਣੀ ਗੱਲਬਾਤ ਸ਼ੁਰੂ ਕਰਦੇ ਸੀ। 자기들이 만난 목적에 대한 ਹਾਲਾਂਕਿ ਕੰਪਨੀ ਦੇ 하는데요. ਰਾਸ਼ਟਰਪਤੀ ਨਾਲ ਖਾਣਾ ਖਾਣਾ ਆਸਾਨ ਨਹੀਂ ਹੈ, 사장하고 식사 ਪਰ ਰੋਕਫੈਲਰ ਨੇ 쉽지가 않은데 ਉਹਨਾਂ ਨਾਲ ਸੰਪਰਕ ਕੀਤਾ 사장이 ਅਤੇ ਉਹਨਾਂ ਨੇ ਇਕੱਠੇ ਖਾਣਾ ਖਾਧਾ। 같이 식사를 하게 되었습니다. 먹으면서 ਰਾਸ਼ਟਰਪਤੀ ਨਾਲ ਗੱਲ ਕਰਨ ਦੌਰਾਨ ਵੀ ਕਰਮਚਾਰੀ ਨੇ ਕੰਪਨੀ ਦੇ ਉਤਪਾਦਾਂ ਦੀ ਪ੍ਰਸ਼ੰਸਾ ਕੀਤੀ। 또 이제 열정이 있고 ਇਸ ਲਈ 사장하고 ਰੋਕਫੈਲਰ ਨੇ ਮਹਿਸੂਸ ਕੀਤਾ ਕਿ ਉਹ ਕੰਪਨੀ ਦੇ ਉਤਪਾਦਾਂ ਬਾਰੇ ਬਹੁਤ ਜੋਸ਼ੀਲੇ ਹਨ। 하는지 사장이 역시 ਰੋਕਫੈਲਰ ਇਹ ਸੋਚ ਕੇ ਬਹੁਤ ਖੁਸ਼ ਸੀ ਕਿ ਉਹ ਅਸਲ ਵਿੱਚ ਕੰਪਨੀ ਦੇ ਉਤਪਾਦਾਂ ਬਾਰੇ ਜੋਸ਼ੀਲੇ ਹਨ। 굉장히 그런 기쁜 마음을 가졌다고 합니다. 그래서 이제 ਕੁਝ ਸਮੇਂ ਬਾਅਦ ਕਰਮਚਾਰੀ ਕੰਪਨੀ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਰੋਕਫੈਲਰ ਦਾ ਵਾਰਿਸ ਬਣ ਗਿਆ। 사장이 되었다고 합니다. 이름이 ਉਸ ਦਾ ਨਾਮ ਜੌਨ ਆਰਕਬੋਲਡ ਹੈ। ਇਸ ਕਰਮਚਾਰੀ ਦੇ ਜਨੂੰਨ ਨੇ ਰਾਸ਼ਟਰਪਤੀ ਦੇ ਦਿਲ ਨੂੰ ਬਹੁਤ ਛੂ ਲਿਆ। 마음을 굉장히 ਭਾਵੇਂ ਉਹ ਕਿਸੇ ਵੀ ਅਹੁਦੇ ਤੇ ਸੀ, 그리고 무슨 ਉਹਨਾਂ ਨੇ ਹਰ ਸਮੇਂ ਆਪਣੀ ਕੰਪਨੀ ਦੇ ਉਤਪਾਦਾਂ ਬਾਰੇ ਬਹੁਤ ਸ਼ੇਖੀ ਮਾਰੀ। 그 자랑을 하고 이 사장이 ਕੰਪਨੀ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਉਹਨਾਂ ਨੇ ਮੁੱਖ ਵਿਸ਼ੇ ਉੱਤੇ ਅੱਗੇ ਵਧਣ ਤੋਂ ਪਹਿਲਾਂ 가게 된다. ਆਪਣੀ ਕੰਪਨੀ ਦੇ ਉਤਪਾਦਾਂ ਬਾਰੇ ਸ਼ੇਖੀ ਮਾਰਨਾ ਜਾਰੀ ਰੱਖਿਆ। 열정을 갖다가 보니까 수많은 사장들이 ਉਹ ਇੰਨੇ ਜੋਸ਼ੀਲੇ ਸੀ ਕਿ ਉਹਨਾਂ ਨੂੰ ਵਪਾਰਕ ਖੇਤਰ ਵਿੱਚ ਸਭ ਤੋਂ ਕਾਬਲ ਰਾਸ਼ਟਰਪਤੀ ਦੇ ਰੂਪ ਵਿੱਚ ਜਾਣਿਆ ਜਾਣ ਲੱਗਾ। 가장 유능한 사장으로 이 사람이 ਆਧੁਨਿਕ ਸ਼ਬਦਾਂ ਵਿੱਚ ਉਹ ਮਹਾਨ ਬਣ ਗਏ। 하죠. ਇਹ ਆਰਕਬੋਲਡ ਬਾਰੇ ਇੱਕ ਕਿੱਸਾ ਹੈ। 아치볼트의 일화가 있습니다. ਜਦੋਂ ਮੈਂ ਇਸ ਮਨੁੱਖ ਦੀ ਕਹਾਣੀ ਪੜ੍ਹੀ 그 일화를 ਮੇਰੇ ਮਨ ਵਿੱਚ ਇੱਕ ਵਿਚਾਰ ਆਇਆ 생각이 문득 들었습니다. 우리 ਕਿ ਅਸੀਂ ਕਿਸੇ ਹੋਰ ਚੀਜ਼ ਬਾਰੇ ਗੱਲ ਕਰਨ ਤੋਂ ਪਹਿਲਾਂ ਸਾਡੇ ਚਰਚ, 진리 ਸਾਡੀ ਸੱਚਾਈ 믿고 있는 ਅਤੇ ਸਾਡੇ ਮੁਕਤੀਦਾਤਾ, 하나님에 대해서 ਸਾਡੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਬਾਰੇ ਬਹੁਤ ਜ਼ਿਆਦਾ ਸ਼ੇਖੀ ਮਾਰਦੇ ਹਾਂ। 하는가? 그래서 ਅੱਜ ਮੈਂ ਤੁਹਾਨੂੰ ਇਹ ਕਹਾਣੀ ਇਸ ਕਾਰਨ ਦੱਸ ਰਿਹਾ ਹਾਂ ਤਾਂ ਜੋ ਅਸੀਂ ਇਹ ਸੋਚੀਏ ਕਿ ਕੌਣ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹੈ। ਜਦੋਂ ਅਸੀਂ ਇਸ ਮਨੁੱਖ ਦੇ ਉਦਾਹਰਣ ਦੇਖਦੇ ਹਾਂ 하고 있는가? ਤਦ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ ਕਿ ਅਸੀਂ ਉਹ ਜੀਵਨ ਜੀ ਰਹੇ ਹਾਂ 하나님 나라에 ਜੋ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣ ਦੇ ਯੋਗ ਹੈ। 있는가 말이야. 아치볼트 ਜੇਕਰ ਅਸੀਂ ਆਰਕਬੋਲਡ ਵਾਂਗ ਜੋਸ਼ ਨਾਲ ਖੁਸ਼ਖਬਰੀ ਦਾ ਕੰਮ ਨਹੀਂ ਕਰਦੇ 과연 있을까? ਤਦ ਕੀ ਅਸੀਂ ਇਸ ਦੇ ਯੋਗ ਹੋਵਾਂਗੇ? 참 자신을 성찰하고 ਉਹਨਾਂ ਦੇ ਉਦਾਹਰਣ ਨੇ ਮੈਨੂੰ ਆਪਣੇ ਬਾਰੇ ਸੋਚਣ ਦਾ ਮੌਕਾ ਦਿੱਤਾ। 그래서 오늘 ਅੱਜ ਦੇ ਉਪਦੇਸ਼ ਦੇ ਸਿਰਲੇਖ ਵਾਂਗ 나라의 ਆਓ ਅਸੀਂ ਇਸ ਬਾਰੇ ਸੋਚੀਏ ਕਿ ਕੌਣ ਪਰਮੇਸ਼ਵਰ ਦੇ ਰਾਜ ਦੇ ਯੋਗ ਹੈ। 비유로 알려주신 그 내용을 보면서 ਉਹਨਾਂ ਦ੍ਰਿਸ਼ਟਾਂਤਾਂ ਨੂੰ ਦੇਖਦੇ ਹੋਏ ਜੋ ਯੀਸ਼ੂ ਨੇ ਸਾਨੂੰ ਸਿਖਾਏ ਹਨ, ਆਓ ਅਸੀਂ ਉਸ ਸਮੇਂ ਨੂੰ ਬਰਬਾਦ ਨਾ ਕਰੀਏ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ। 드라마 얘기 ਡਰਾਮੇ ਜਾਂ ਰਾਜਨੀਤੀ ਵਰਗੀਆਂ ਅਰਥਹੀਣ ਚੀਜ਼ਾਂ ਬਾਰੇ ਗੱਲ ਕਰਨ ਦੀ ਬਜਾਏ 우리 하나님의 ਆਓ ਅਸੀਂ ਲੋਕਾਂ ਨੂੰ ਮਿਲਣ ਤੋਂ ਪਹਿਲਾਂ ਥੋੜੇ ਸਮੇਂ ਲਈ ਵੀ ਪਰਮੇਸ਼ਵਰ ਬਾਰੇ ਗੱਲ ਕਰੀਏ। 말씀을 드리고 ਇਹ ਸਿਯੋਨ ਕਿੰਨੀ ਸ਼ਾਨਦਾਰ ਜਗ੍ਹਾ ਹੈ। 성경 66권의 선지자들과 ਬਾਈਬਲ ਦੇ ਨਬੀਆਂ ਅਤੇ ਪਰਮੇਸ਼ਵਰ ਦੇ ਦੁਆਰਾ ਪ੍ਰਕਾਸ਼ ਦੁਆਰਾ 계시 속에서 ਪਰਮੇਸ਼ਵਰ ਨੇ ਸਾਨੂੰ ਪਹਿਲਾਂ ਹੀ ਦਿਖਾਇਆ ਹੈ ਕਿ ਸਿਯੋਨ ਸੱਚਮੁੱਚ ਇੱਕ ਸ਼ਾਨਦਾਰ ਜਗ੍ਹਾ ਹੈ। 얘기 알려주셨는데 저들은 ਉਹ ਕਰਮਚਾਰੀ ਤੇਲ ਦੀ ਇੱਕ ਛੋਟੀ ਬੈਰਲ ਵੇਚਣ ਲਈ ਬਹੁਤ ਜੋਸ਼ੀਲੇ ਸੀ। 저처럼 열정인데
ਅਸੀਂ ਸਦੀਪਕ ਚੀਜ਼ਾਂ ਬਾਰੇ ਸਿਖਾਉਣ ਅਤੇ ਪਾਪਾਂ ਦੀ ਮਾਫੀ, ਸਦੀਪਕ ਜੀਵਨ ਅਤੇ ਮੁਕਤੀ ਦੀ ਖਬਰ ਦੇਣ ਦਾ ਇੱਕ ਮਹਾਨ ਕੰਮ ਕਰ ਰਹੇ ਹਾਂ। ਕਿ ਸਾਡੇ ਵਿੱਚ ਉਹਨਾਂ ਬਾਰੇ ਸ਼ੇਖੀ ਮਾਰਨ ਦੀ ਕਮੀ ਨਹੀਂ ਹੈ। 이런 생각이 또 문득 ਇਸ ਲਈ ਸਾਡੇ ਸਿਓਨ ਪਰਿਵਾਰ ਦੇ ਮੈਂਬਰਾਂ ਨੂੰ ਇਸ ਸਾਲ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। 흘러가는 시간이 ਸਾਨੂੰ 2000 ਸਾਲ ਪਹਿਲਾਂ ਦੇ ਰਸੂਲਾਂ ਵਾਂਗ ਬਣਨਾ ਚਾਹੀਦਾ ਹੈ, ਜਿਨ੍ਹਾਂ ਨੇ ਚੀਕ ਕੇ ਕਿਹਾ, ਪ੍ਰਭੂ ਯੀਸ਼ੂ ਉੱਤੇ ਵਿਸ਼ਵਾਸ ਕਰੋ, ਫਿਰ ਤੁਸੀਂ ਅਤੇ ਤੁਹਾਡਾ ਪਰਿਵਾਰ ਬਚਾਇਆ ਜਾਵੇਗਾ। 표현이라도 ਮੇਰਾ ਮੰਨਣਾ ਹੈ ਕਿ ਅਸੀਂ ਜਿਸ ਕਿਸੇ ਨੂੰ ਵੀ ਮਿਲੀਏ, ਸਾਨੂੰ ਉਹਨਾਂ ਨਾਲ ਇਸ ਤਰ੍ਹਾਂ ਦੇ ਜੋਸ਼ ਨੂੰ ਵਿਅਕਤ ਕਰਨ ਵਿੱਚ ਯੋਗ ਹੋਣਾ ਚਾਹੀਦਾ ਹੈ। ਅੱਜ ਆਓ ਅਸੀਂ ਮਤੀ ਅਧਿਆਇ 25 ਵਿੱਚ ਯੀਸ਼ੂ ਦੀ ਸਿੱਖਿਆ ਦੁਆਰਾ ਇਸ ਗੱਲ ਦਾ ਜਵਾਬ ਲੱਭੀਏ ਕਿ ਕੌਣ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹੈ। ਆਓ ਅਸੀਂ ਮਤੀ ਦੀ ਕਿਤਾਬ ਅਧਿਆਇ 25 ਵਚਨ 14 ਦੇਖੀਏ। 또 ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ 그 ਜਿਨੇ ਪਰਦੇਸ਼ ਨੂੰ ਜਾਣ ਲੱਗਿਆਂ ਆਪਣੇ ਚਾਕਰਾਂ ਨੂੰ ਸੱਦ ਕੇ ਆਪਣਾ ਮਾਲ ਉਹਨਾਂ ਨੂੰ ਸੌਂਪਿਆ, 하나에게는 금다 ਅਤੇ ਇੱਕ ਨੂੰ 5 ਤੋੜੇ, ਦੂਏ ਨੂੰ 2 ਅਤੇ ਤੀਏ ਨੂੰ 1, ਹਰੇਕ ਨੂੰ ਉਹਦੇ ਗੁਣ ਦੇ ਅਨੁਸਾਰ ਦਿੱਤਾ। ਤਾਂ ਪਰਦੇਸ਼ ਨੂੰ ਚਲਿਆ ਗਿਆ। ਜਿਨੇ 5 ਤੋੜੇ ਲਏ ਸਨ, ਉਹਨੇ ਝੱਟ ਜਾ ਕੇ ਉਹਨਾਂ ਨਾਲ ਵਣਜ ਵਪਾਰ ਕੀਤਾ ਅਤੇ ਹੋਰ 5 ਤੋੜੇ ਕਮਾਏ। ਇਸ ਤਰ੍ਹਾਂ ਜਿਨੇ 2 ਲਏ ਸਨ, ਉਹਨੇ ਵੀ ਹੋਰ 2 ਖੱਟ ਲਏ। ਪਰ ਜਿਨੇ ਇੱਕੋ ਲਿਆ ਸੀ, ਉਹਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਰੁਪਿਆਂ ਨੂੰ ਲੁਕਾ ਦਿੱਤਾ। ਬਹੁਤ ਚਿਰ ਪਿੱਛੋਂ ਉਹਨਾਂ ਚਾਕਰਾਂ ਦਾ ਮਾਲਕ ਆਇਆ ਅਤੇ ਉਹਨਾਂ ਤੋਂ ਲੇਖਾ ਲੈਣ ਲੱਗਾ। ਸੋ ਜਿਨੇ 5 ਤੋੜੇ ਲਏ ਸਨ, ਉਹਨੇ ਕੋਲ ਆਣ ਕੇ ਹੋਰ 5 ਤੋੜੇ ਉਹਦੇ ਅੱਗੇ ਰੱਖੇ ਅਤੇ ਕਿਹਾ, ਸਵਾਮੀ ਜੀ, ਤੁਸੀਂ ਮੈਨੂੰ 5 ਤੋੜੇ ਸੌਂਪੇ ਸੀ, ਵੇਖੋ ਮੈਂ 5 ਤੋੜੇ ਹੋਰ ਵੀ ਖੱਟੇ। ਉਹਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਮਾਤਬਰ ਚਾਕਰ, ਸ਼ਾਬਾਸ਼ ਏ, ਤੂੰ ਤਾਂ ਥੋੜੇ ਜਿਹੇ ਵਿੱਚ ਮਾਤਬਰ ਨਿਕਲਿਆ। ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖਤਿਆਰ ਦਿਆਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। ਅਤੇ ਜਿਨੇ 2 ਤੋੜੇ ਲਏ ਸਨ, ਉਹ ਵੀ ਕੋਲ ਆਣ ਕੇ ਬੋਲਿਆ, ਸਵਾਮੀ ਜੀ, ਤੁਸੀਂ ਮੈਨੂੰ 2 ਤੋੜੇ ਸੌਂਪੇ ਸਨ, ਵੇਖੋ ਮੈਂ 2 ਤੋੜੇ ਹੋਰ ਵੀ ਖੱਟੇ। ਉਹਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਮਾਤਬਰ ਚਾਕਰ, ਸ਼ਾਬਾਸ਼ ਏ, ਤੂੰ ਤਾਂ ਥੋੜੇ ਜਿਹੇ ਵਿੱਚ ਮਾਤਬਰ ਨਿਕਲਿਆ। ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖਤਿਆਰ ਦਿਆਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। 내가 많은 것으로 내게 맡기리니 ਫਿਰ ਜਿਨੇ 1 ਤੋੜਾ ਲਿਆ ਸੀ, ਉਹ ਵੀ ਕੋਲ ਆਣ ਕੇ ਬੋਲਿਆ, ਸਵਾਮੀ ਜੀ, ਮੈਂ ਤੁਹਾਨੂੰ ਜਾਣਿਆ ਜੋ ਤੁਸੀਂ ਕਰੜੇ ਆਦਮੀ ਹੋ, ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ, ਅਰ ਜਿੱਥੇ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦੇ ਹੋ। ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ। ਇਹ ਆਪਣਾ ਲੈ ਲਿਓ। 땅에 감추어 두었나이다. 보소서 ਉਸ ਦੇ ਮਾਲਕ ਨੇ ਉਸ ਨੂੰ ਉੱਤਰ ਦਿੱਤਾ, ਓਏ ਦੁਸ਼ਟ ਅਤੇ ਆਲਸੀ ਚਾਕਰ, ਕੀ ਤੈਂ ਜਾਣਿਆ ਭਾਈ, ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਦਾ ਹਾਂ, ਅਰ ਜਿੱਥੇ ਮੈਂ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦਾ ਹਾਂ। ਇਸੇ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਏ ਸਰਾਫਾਂ ਨੂੰ ਦਿੰਦਾ, ਤਾਂ ਮੈਂ ਆਣ ਕੇ ਆਪਣਾ ਮਾਲ ਵਿਆਜ ਸੁਦਾ ਲੈਂਦਾ। 내게 두었다가 ਸੋ ਉਹ ਤੋੜਾ ਉਸ ਕੋਲੋਂ ਲੈ ਲਓ ਅਤੇ ਜਿਹਦੇ ਕੋਲ 10 ਤੋੜੇ ਹਨ ਉਹਨੂੰ ਦਿਓ, 신이라 하고 ਕਿਉਂਕਿ ਜਿਸ ਕਿਸੇ ਕੋਲ ਕੁਝ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਅਦਾ ਹੋਵੇਗਾ, ਪਰ ਜਿਹਦੇ ਕੋਲ ਨਹੀਂ, ਉਸ ਕੋਲੋਂ ਜੋ ਉਹਦਾ ਹੈ ਸੋ ਵੀ ਫੇਰ ਲਿਆ ਜਾਵੇਗਾ। ਇਸ ਨਿਕੰਮੇ ਚਾਕਰ ਨੂੰ ਬਾਹਰ ਦੇ ਅੰਧਕੋਰ ਵਿੱਚ ਕੱਢ ਦਿਓ, ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ। 하니라 하고 했습니다. 이 달란트 ਅਸੀਂ ਕਈ ਵਾਰ ਤੋੜਿਆਂ ਦੇ ਦ੍ਰਿਸ਼ਟਾਂਤ ਬਾਰੇ ਸਿੱਖਿਆ ਹੈ। 예수님의 ਇਸ ਦ੍ਰਿਸ਼ਟਾਂਤ ਵਿੱਚ ਯੀਸ਼ੂ ਦੀਆਂ ਸਿੱਖਿਆਵਾਂ ਹਨ, ਕਿਉਂਕਿ ਇਹ ਘਟਨਾਵਾਂ ਨਿਸ਼ਚਿਤ ਤੌਰ ਤੇ ਅੰਤ ਦੇ ਦਿਨਾਂ ਵਿੱਚ ਵਾਪਰਨਗੀਆਂ। ਇਸ ਲਈ ਯੀਸ਼ੂ ਨੇ ਇਸ ਮਾਮਲੇ ਬਾਰੇ 2000 ਸਾਲ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ। 대해서 이렇게 언급해 놓으셨습니다. ਇਹਨਾਂ ਸੇਵਕਾਂ ਵਿੱਚੋਂ ਕਿਹੜਾ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹੈ? ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। 참여하라고 앞에 5달란트 ਇਹ ਸ਼ਬਦ ਉਹਨਾਂ ਨੂੰ ਕਹੇ ਗਏ ਜਿਨ੍ਹਾਂ ਨੇ 5 ਹੋਰ ਤੋੜੇ ਅਤੇ 2 ਹੋਰ ਤੋੜੇ ਕਮਾਏ। 받았던 자는 ਜਿਸ ਨੂੰ 1 ਤੋੜਾ ਮਿਲਿਆ ਸੀ, ਉਸਨੇ ਕਿਹਾ, ਮੈਂ ਇਸ ਨੂੰ ਮਿੱਟੀ ਵਿੱਚ ਲੁਕਾ ਦਿੱਤਾ, ਮੈਂ ਇਸ ਨੂੰ ਕੁਝ ਵੀ ਬਰਬਾਦ ਨਹੀਂ ਕੀਤਾ। ਸਾਰੇ ਲੋਕੋ, ਭਾਵੇਂ ਨੌਕਰ ਨੇ ਉਹ 1 ਤੋੜਾ ਬਰਬਾਦ ਨਹੀਂ ਕੀਤਾ, ਪਰ ਉਸ ਦੀ ਕੀਮਤ ਬਾਰੇ ਕੀ? 없습니다. ਲਾਜ਼ਮੀ ਤੌਰ ਤੇ ਉਸ ਦੀ ਕੀਮਤ ਘੱਟ ਹੋ ਗਈ। 해복음 25장 ਮਤੀ ਅਧਿਆਇ 25 ਵਿੱਚ ਯੀਸ਼ੂ ਦੇ ਵਚਨਾਂ ਦੁਆਰਾ ਸਾਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਕੌਣ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹੈ। 생각을 해 ਦਾਨੀਅਲ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ। 이 문제에 대해서 언급하고 ਆਓ ਅਸੀਂ ਦਾਨੀਅਲ ਦੀ ਕਿਤਾਬ ਅਧਿਆਇ 12 ਦੇਖੀਏ। 보도록 합시다. ਦਾਨੀਅਲ ਅਧਿਆਇ 12 ਵਚਨ 1 ਵਿੱਚ ਇਹ ਕਹਿੰਦਾ ਹੈ, ਉਸ ਵੇਲੇ ਮਿਕਾਇਲ, ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ, ਉੱਠੇਗਾ 아니 있으리니 ਅਤੇ ਅਜਿਹੀ ਬਿਪਤਾ ਦਾ ਵੇਲਾ ਹੋਵੇਗਾ ਜਿਹਦਾ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੀਕਰ ਕਦੀ ਨਹੀਂ ਹੋਇਆ ਸੀ। ਅਤੇ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਹਦਾ ਨਾਮ ਪੋਥੀ ਵਿੱਚ ਲਿਖਿਆ ਹੋਇਆ ਹੋਵੇਗਾ ਸੋ ਛੁੱਟੇਗਾ। 자는 자 중에 ਅਤੇ ਉਹਨਾਂ ਵਿੱਚੋਂ ਢੇਰ ਸਾਰੇ ਲੋਕ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਜਾਗ ਉੱਠਣਗੇ
ਕਈ ਸਦੀਪਕ ਜਿਉਣ ਲਈ ਅਤੇ ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ। ਪਰ ਉਹ ਜਿਹੜੇ ਬੁੱਧਵਾਨ ਹਨ, ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ, ਉਹਨਾਂ ਦਾ ਕੀ ਹੋਵੇਗਾ? ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ। ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ, ਤਾਰਿਆਂ ਵਾਂਗਰ ਜੁਗੋ ਜੁਗ ਤਿੱਕਰ। 영원토록 비칠 것이다 하고 했습니다. 우리가 ਖੁਸ਼ਖਬਰੀ ਦਾ ਕੰਮ ਜੋ ਅਸੀਂ ਕਰ ਰਹੇ ਹਾਂ, ਉਹ ਬਹੁਤਿਆਂ ਨੂੰ ਧਾਰਮਿਕ ਬਣਾਉਣ ਦਾ ਕੰਮ ਹੈ। 돌아오게 하는 ਦ੍ਰਿਸ਼ਟਾਂਤ ਵਿੱਚ ਇਹ ਕਹਿੰਦਾ ਹੈ, ਮੈਂ 5 ਹੋਰ ਤੋੜੇ ਕਮਾਏ, ਮੈਂ ਹੋਰ 2 ਤੋੜੇ ਕਮਾਏ। 복음에 대한 ਇਹ ਖੁਸ਼ਖਬਰੀ ਦੇ ਕੰਮ ਨਾਲ ਸੰਬੰਧਿਤ ਇੱਕ ਸਬਕ ਵੀ ਹੈ। 우리 ਪਰਮੇਸ਼ਵਰ ਹਮੇਸ਼ਾ ਸਾਨੂੰ ਇਸ ਤੱਥ ਪ੍ਰਤੀ ਜਾਗਰੂਕ ਕਰਦੇ ਹਨ ਕਿ ਸਾਡੀ ਖੁਸ਼ਖਬਰੀ ਦੇ ਅਜਿਹੇ ਖੁਸ਼ਹਾਲ ਨਤੀਜੇ ਹੋਣੇ ਚਾਹੀਦੇ ਹਨ ਅਤੇ ਸਾਡੀ ਖੁਸ਼ਖਬਰੀ ਕਦੇ ਵੀ ਅਸਫਲ ਨਹੀਂ ਹੋਵੇਗੀ। ਜਦ ਤੱਕ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ, ਇਹ ਖੁਸ਼ਹਾਲ ਨਤੀਜੇ ਨਿਸ਼ਚਿਤ ਰੂਪ ਨਾਲ ਆਉਣਗੇ। ਹਾਲਾਂਕਿ ਇਸ ਪ੍ਰਕਿਰਿਆ ਦੇ ਦੌਰਾਨ ਸਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਾਨੂੰ ਧੀਰਜ ਦੀ ਵੀ ਲੋੜ ਹੁੰਦੀ ਹੈ। ਖੁਸ਼ਖਬਰੀ ਦਾ ਪ੍ਰਚਾਰ ਕਰਦੇ ਸਮੇਂ ਸਾਨੂੰ ਕੁਝ ਸਿੱਖਿਆਵਾਂ ਨੂੰ ਸੰਖੇਪ ਵਿੱਚ ਵਰਣਨ ਕਰਨ ਦੀ ਲੋੜ ਹੈ ਜੋ ਯੀਸ਼ੂ ਨੇ ਸਾਨੂੰ ਬਾਈਬਲ ਰਾਹੀਂ ਦਿੱਤਾ ਹੈ। 첫째, ਸਭ ਤੋਂ ਪਹਿਲਾਂ ਸਾਨੂੰ ਦੂਜਿਆਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਇਸ ਵਿਅਕਤੀ ਨੇ ਇਹ ਕਿਹਾ ਅਤੇ ਉਸ ਵਿਅਕਤੀ ਨੇ ਉਹ ਕਿਹਾ। ਸਾਨੂੰ ਕਦੇ ਵੀ ਉਸ ਬਦਨਾਮੀ ਅਤੇ ਖਤਰਨਾਕ ਚੁਗਲੀ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਹੈ 그 외부의 ਜੋ ਚਰਚ ਆਫ ਗੋਡ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦੀ ਹੈ। 우리는 ਸਾਨੂੰ ਆਪਣਾ ਖੁਸ਼ਖਬਰੀ ਦਾ ਕੰਮ ਸਿਰਫ ਪਰਮੇਸ਼ਵਰ ਦੀ ਇੱਛਾ ਅਨੁਸਾਰ ਕਰਨਾ ਚਾਹੀਦਾ ਹੈ। 주변에서 사람들 ਸਾਡੇ ਆਲੇ ਦੁਆਲੇ ਦੇ ਲੋਕਾਂ ਦੀਆਂ ਗੱਲਾਂ ਦੇ ਕਾਰਨ ਸਾਨੂੰ ਆਸਾਨੀ ਨਾਲ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। 되겠습니다. ਪਰਮੇਸ਼ਵਰ ਦੇ ਨਿਵਾਸ ਸਥਾਨ ਸਿਯੋਨ ਤੋਂ ਆਈ ਸੱਚਾਈ ਦੇ ਬਿਨਾਂ ਅਸੀਂ ਪੂਰੀ ਤਰ੍ਹਾਂ ਸੰਸਾਰ ਨੂੰ ਚੰਗਾ ਨਹੀਂ ਕਰ ਸਕਦੇ। 세상을 ਖੁਸ਼ਖਬਰੀ ਨਵੇਂ ਨੇਮ ਦੀ ਸੱਚਾਈ ਤੋਂ ਇਲਾਵਾ ਕੋਈ ਦੂਸਰਾ ਤਰੀਕਾ ਨਹੀਂ ਹੈ ਜੋ ਪਾਪ ਨਾਮਕ ਬਿਮਾਰੀ ਨੂੰ ਠੀਕ ਕਰ ਸਕਦਾ ਹੈ, 이 복음이 ਕਿਉਂਕਿ ਪਰਮੇਸ਼ਵਰ ਨੇ ਸਾਨੂੰ ਇਸ ਸੰਪੂਰਨ ਸੱਚਾਈ ਦੀ ਆਗਿਆ ਦਿੱਤੀ ਹੈ। 있을 것입니다. ਸਾਨੂੰ ਹੁਣ ਸੱਚਾਈ ਦੀ ਪਹਿਚਾਣ ਅਤੇ ਪ੍ਰਚਾਰ ਕਰਕੇ ਸੰਸਾਰ ਨੂੰ ਬਚਾਉਣਾ ਚਾਹੀਦਾ ਹੈ। 이제 우리가 이걸 많이 알리고 소개해서 세상을 살리는 역할 ਜਦੋਂ ਸੰਸਾਰ ਨੂੰ ਬਚਾਉਣ ਦੀ ਗੱਲ ਆਉਂਦੀ ਹੈ, ਤਦ ਸਾਨੂੰ ਦੂਜਿਆਂ ਦੀਆਂ ਟਿੱਪਣੀਆਂ ਜਾਂ ਵਿਚਾਰਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। 이건 우리가 민감하게 반응할 일이 아니라는 것이죠. 그다음에 이제 ਦੂਜੀ ਗੱਲ, ਸਾਨੂੰ ਇਸ ਗੱਲ ਉੱਤੇ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ ਕਿ ਇਸ ਦੁਨੀਆ ਵਿੱਚ ਲੋਕ ਕੀ ਕਰ ਰਹੇ ਹਨ। 관심을 안 갖는 게 좋습니다. 세상 ਜਦੋਂ ਸੰਸਾਰ ਵਿੱਚ ਲੋਕ ਡਾਈਟਿੰਗ ਕਰਦੇ ਹਨ ਜਾਂ ਹੋਰ ਚੀਜ਼ਾਂ ਕਰਦੇ ਹਨ, ਤਦ ਜੇਕਰ ਅਸੀਂ ਅਜਿਹੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੇ ਹਾਂ, ਤਦ ਅਸੀਂ ਖੁਸ਼ਖਬਰੀ ਦੇ ਕੰਮ ਨੂੰ ਅਣਡਿੱਠਾ ਕਰ ਸਕਦੇ ਹਾਂ ਅਤੇ ਗਲਤੀ ਨਾਲ ਸੋਚ ਸਕਦੇ ਹਾਂ ਕਿ ਉਹ ਚੀਜ਼ਾਂ ਵਧੇਰੇ ਕੀਮਤੀ ਹਨ। 그래서 ਇਸ ਲਈ ਬਾਈਬਲ ਸਾਨੂੰ ਜਾਗਰੂਕ ਕਰਦੀ ਹੈ ਕਿ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਪਰਵਾਹ ਨਹੀਂ ਕਰਨੀ ਚਾਹੀਦੀ ਕਿ ਦੂਸਰੇ ਲੋਕ ਕੀ ਕਰ ਰਹੇ ਹਨ। 일깨우시고 있는 가운데 있습니다. 5달란트 받았던 ਹੁਣ ਮੈਂ ਤੁਹਾਡੇ ਨਾਲ ਇਹ ਭੇਤ ਸਾਂਝਾ ਕਰ ਰਿਹਾ ਹਾਂ ਕਿ ਉਸ ਵਿਅਕਤੀ ਨੇ 10 ਤੋੜੇ ਕਿਵੇਂ ਪ੍ਰਾਪਤ ਕੀਤੇ। 타인의 평가에 민감 ਦੂਜਿਆਂ ਲੋਕਾਂ ਦੇ ਵਿਚਾਰਾਂ ਦੁਆਰਾ ਆਸਾਨੀ ਨਾਲ ਪ੍ਰਭਾਵਿਤ ਨਾ ਹੋਵੋ ਅਤੇ ਦੂਸਰੇ ਲੋਕ ਕੀ ਕਰ ਰਹੇ ਹਨ, ਇਸ ਵੱਲ ਜ਼ਿਆਦਾ ਧਿਆਨ ਨਾ ਦਿਓ। ਸਾਨੂੰ ਸਿਰਫ ਪਰਮੇਸ਼ਵਰ ਦੇ ਵਿਚਾਰਾਂ ਨੂੰ ਵੇਖਣਾ ਚਾਹੀਦਾ ਹੈ ਅਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਸਭ ਤੋਂ ਕੀਮਤੀ ਚੀਜ਼ ਪਰਮੇਸ਼ਵਰ ਦੇ ਕੰਮ ਨੂੰ ਇਮਾਨਦਾਰੀ ਨਾਲ ਕਰਨਾ ਹੈ। 줄 알 때 여러분도 저도 ਕੇਵਲ ਤਦ ਹੀ ਅਸੀਂ ਭਵਿੱਖਬਾਣੀਆਂ ਦੇ ਅਨੁਸਾਰ ਜੀ ਸਕਦੇ ਹਾਂ ਅਤੇ 10 ਗੁਣਾ ਤੋੜੇ ਪ੍ਰਾਪਤ ਕਰ ਸਕਦੇ ਹਾਂ। 될 수가 있을 것입니다. 다시 말해서 ਦੂਸਰੇ ਸ਼ਬਦਾਂ ਵਿੱਚ ਅਸੀਂ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਯੋਗ ਹੋਵਾਂਗੇ। ਦਾਨੀਏਲ ਦੀ ਪੋਥੀ ਵਿੱਚ ਲਿਖਿਆ ਹੈ, ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ, ਤਾਰਿਆਂ ਵਾਂਗਰ ਜੁਗੋ ਜੁਗ ਤਿਕਰ। 영원토록 빛나게 할 것이다. 고 이렇게 말씀을 주셨는데요. 야, 우리 하나님 ਪਿਤਾ ਦੇ ਯੁੱਗ ਅਤੇ ਪੁੱਤਰ ਦੇ ਯੁੱਗ ਦੇ ਪਾਠਾਂ ਦੁਆਰਾ 시대를 통해서 ਆਓ ਅਸੀਂ ਜਾਣੀਏ ਕਿ ਕੌਣ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਯੋਗ ਸੀ। 어떤 자들로 삼으셨는지 그 ਆਓ ਅਸੀਂ ਇਹ ਵੀ ਜਾਣੀਏ ਕਿ ਸਾਨੂੰ ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਜੀ ਰਹੇ ਹਨ, 를 살고 있는 ਪਰਮੇਸ਼ਵਰ ਦੇ ਰਾਜ ਦੇ ਯੋਗ ਬਣਨ ਲਈ 어떻게 하게 될지 ਕੀ ਕਰਨਾ ਚਾਹੀਦਾ ਹੈ। 하나님 나라에 합당한 자가 될 수 있는가? 이 문제에 대해서 ਆਓ ਅਸੀਂ ਪੁੱਤਰ ਦੇ ਯੁੱਗ ਵਿੱਚ ਜਾਈਏ। 자, 우리 성자 시대로 잠깐 한번 넘어가 보겠습니다. 사도행전 ਆਓ ਅਸੀਂ ਰਸੂਲਾਂ ਦੀ ਕਿਤਾਬ ਅਧਿਆਇ 5 ਵਚਨ 42 ਦੇਖੀਏ। 5장 ਰਸੂਲਾਂ ਦੇ ਕਰਤੱਵ ਅਧਿਆਇ 5 ਵਚਨ 42 ਵਿੱਚ ਇਹ ਕਹਿੰਦਾ ਹੈ, ਅਤੇ ਉਹ ਰੋਜ਼ ਹੈਕਲ ਵਿੱਚ ਅਤੇ ਘਰੀ ਉਪਦੇਸ਼ ਕਰਨ ਅਤੇ ਇਹ ਖੁਸ਼ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯੀਸ਼ੂ ਉਹੀ ਮਸੀਹ ਹੈ। 하고 있습니다. 사도 시대 때 사도 ਇਹ ਰਸੂਲਾਂ ਦੇ ਯੁੱਗ ਵਿੱਚ ਰੋਜ਼ਾਨਾ ਖੁਸ਼ਖਬਰੀ ਦੀਆਂ ਗਤੀਵਿਧੀਆਂ ਦਾ ਰਿਕਾਰਡ ਹੈ। 활동 기록입니다. 그들은 ਇਹ ਲਿਖਿਆ ਹੋਇਆ ਹੈ, ਅਤੇ ਉਹ ਰੋਜ਼ ਹੈਕਲ ਵਿੱਚ ਅਤੇ ਘਰੀ ਉਪਦੇਸ਼ ਕਰਨ ਅਤੇ ਇਹ ਖੁਸ਼ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯੀਸ਼ੂ ਉਹੀ ਮਸੀਹ ਹੈ। 좀 전에 예화의 ਕੀ ਉਹਨਾਂ ਦੇ ਕੰਮ
ਆਰਕਬੋਲਡ ਦੇ ਸਮਾਂ ਨਹੀਂ ਸੀ। 그 아치볼트 ਉਹ ਜਿਸ ਕਿਸੇ ਨੂੰ ਵੀ ਮਿਲੇ, ਆਰਕਬੋਲਡ ਨੇ ਹਮੇਸ਼ਾ ਇਸ ਮੁਹਾਵਰੇ ਦਾ ਜ਼ਿਕਰ ਕੀਤਾ, 1 ਬੈਰਲ ਤੇਲ $4 ਪ੍ਰਮਾਣਿਕ ਤੇਲ। 석유 회사 ਉਸ ਤੋਂ ਬਾਅਦ ਹੀ ਉਹਨਾਂ ਨੇ ਮੁੱਖ ਵਿਸ਼ੇ ਉੱਤੇ ਗੱਲ ਕੀਤੀ। 일을 하고 본론을 얘기한답니다. ਜਿਵੇਂ ਕਿ ਅਸੀਂ ਇੱਥੇ ਦੇਖ ਸਕਦੇ ਹਾਂ, ਉਹ ਪਹਿਲੇ ਚਰਚ ਦੇ ਸੰਤ ਹਨ, ਹੈ ਨਾ? 지금 초대교회 성도들이죠. ਅਤੇ ਉਹ ਰੋਜ਼ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਤੇ ਇਹ ਖੁਸ਼ਖਬਰੀ ਸੁਣਾਉਣ ਤੋਂ ਨਾ ਹਟੇ। ਭਾਈ ਯੀਸ਼ੂ ਉਹੀ ਮਸੀਹ ਹੈ। 전도하기를 쉬지 아니하였더라. ਪਿਤਾ ਦੇ ਯੁੱਗ ਵਿੱਚ ਅਜਿਹੇ ਲੋਕ ਸੀ ਜਿਨ੍ਹਾਂ ਨੇ ਯਹੋਵਾ ਪਰਮੇਸ਼ਰ ਬਾਰੇ ਗਵਾਹੀ ਦਿੱਤੀ। 성자 시대 ਪੁੱਤਰ ਦੇ ਯੁੱਗ ਵਿੱਚ ਪਹਿਲੇ ਚਰਚ ਦੇ ਸੰਤ ਸੀ ਜਿਨ੍ਹਾਂ ਨੇ ਯੀਸ਼ੂ ਬਾਰੇ ਪ੍ਰਚਾਰ ਕੀਤਾ ਸੀ। ਫਿਰ ਸਾਨੂੰ ਪਵਿੱਤਰ ਆਤਮਾ ਦੇ ਯੁੱਗ ਵਿੱਚ ਕੀ ਕਰਨਾ ਚਾਹੀਦਾ ਹੈ? ਆਓ ਅਸੀਂ ਪੁੱਤਰ ਦੇ ਯੁੱਗ ਵਿੱਚ ਯੀਸ਼ੂ ਦੇ ਨਾਮ ਨੂੰ ਪਵਿੱਤਰ ਆਤਮਾ ਦੇ ਯੁੱਗ ਵਿੱਚ ਨਵੇਂ ਨਾਮ ਨਾਲ ਬਦਲੀਏ ਅਤੇ ਉਹ ਰੋਜ਼ ਹੈਕਲ ਵਿੱਚ ਅਤੇ ਘਰੀ ਉਪਦੇਸ਼ ਕਰਨ ਅਤੇ ਇਹ ਖੁਸ਼ਖਬਰੀ ਸੁਣਾਉਣ ਤੋਂ ਨਾ ਹਟੇ। ਭਾਈ ਮਸੀਹੀ ਆਨ ਸਾਂਗ ਹੁੰਗ ਜੀ ਉਹੀ ਮਸੀਹ ਹਨ। ਲੋਕਾਂ ਨੇ ਪਿਤਾ ਦੇ ਯੁੱਗ ਵਿੱਚ ਅਤੇ ਪੁੱਤਰ ਦੇ ਯੁੱਗ ਵਿੱਚ ਮੁਕਤੀਦਾਤਾ ਦੇ ਨਾਮ ਦੀ 성령 시대 새 이름으로 ਇਸੇ ਤਰ੍ਹਾਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਸਾਨੂੰ ਕਦੇ ਵੀ ਮਸੀਹ ਆਨ ਸਾਂਗ ਹੁੰਗ ਜੀ ਦੇ ਨਾਮ ਦੀ ਅਤੇ ਨਵੀਂ ਯਰੂਸ਼ਲਮ ਦੀ ਵਡਿਆਈ ਦੀ 항상 가르치고 전하는 일을 ਘੋਸ਼ਣਾ ਕਰਨਾ ਬੰਦ ਨਹੀਂ ਕਰਨਾ ਚਾਹੀਦਾ। 예, 그래서 ਇਸੇ ਲਈ ਏਸ਼ੀਆ ਮਾਈਨਰ ਸੂਬੇ ਵਿੱਚ 7 ਚਰਚਾਂ ਦੇ ਇਤਿਹਾਸ ਵਿੱਚ ਬਾਈਬਲ ਪਹਿਲੇ ਚਰਚ ਨੂੰ ਅਫਸੁਸ ਦੀ ਕਲੀਸਿਆ ਦੇ ਰੂਪ ਵਿੱਚ ਵਰਣਨ ਕਰਦੀ ਹੈ। 에베소라는 ਅਫਸੁਸ ਸ਼ਬਦ ਦਾ ਕੀ ਅਰਥ ਹੈ? 뜻이었습니까? ਇਸ ਦਾ ਮਤਲਬ ਹੈ ਮਨ ਭਾਉਂਦਾ, 최고 ਸਭ ਤੋਂ ਮਹਾਨ, ਸਭ ਤੋਂ ਯੋਗ ਅਤੇ ਸਭ ਤੋਂ ਮਨ ਭਾਉਂਦਾ ਵਿਸ਼ਵਾਸ। 믿음 전체 ਪੂਰੇ ਇਤਿਹਾਸ ਵਿੱਚ ਇਸ ਪ੍ਰਕਾਰ ਦਾ ਵਿਸ਼ਵਾਸ ਪਹਿਲੇ ਚਰਚ ਦੇ ਸੰਤਾਂ ਕੋਲ ਸੀ। 신앙이었습니다. 그들의 ਜਦੋਂ ਅਸੀਂ ਉਹਨਾਂ ਦੇ ਵਿਸ਼ਵਾਸ ਦੇ ਰਸਤੇ ਦਾ ਪਤਾ ਲਗਾਉਂਦੇ ਹਾਂ, ਤਦ ਅਸੀਂ ਦੇਖ ਸਕਦੇ ਹਾਂ ਅਤੇ ਉਹ ਰੋਜ਼ ਹੈਕਲ ਵਿੱਚ ਅਤੇ ਘਰੀ ਉਪਦੇਸ਼ ਕਰਨ ਅਤੇ ਇਹ ਖੁਸ਼ਖਬਰੀ ਸੁਣਾਉਣ ਤੋਂ ਨਾ ਹਟੇ। ਭਾਈ ਯੀਸ਼ੂ ਉਹੀ ਮਸੀਹ ਹੈ। 보였습니다. ਆਓ ਅਸੀਂ ਅਧਿਆਇ 8 ਉੱਤੇ ਜਾਈਏ। 사도행전 8장 ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 8 ਵਚਨ 35 ਦੇਖੀਏ। 필립이 ਤਦ ਫਿਲਿਪੁਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਸ ਲਿਖਤ ਤੋਂ ਸ਼ੁਰੂ ਕਰਕੇ ਕਿਸ ਦੀ ਖੁਸ਼ਖਬਰੀ ਸੁਣਾਈ? ਯੀਸ਼ੂ ਦੀ ਖੁਸ਼ਖਬਰੀ ਉਸ ਨੂੰ ਸੁਣਾਈ। 이 장면은 우리가 ਇਹ ਫਿਲਿਪੁਸ ਦੀ ਕਹਾਣੀ ਹੈ ਜਿਸ ਨੇ ਉਸ ਖੋਜੇ ਨੂੰ ਬਪਤਿਸਮਾ ਦਿੱਤਾ ਜੋ ਹਬਸ਼ ਦੀ ਰਾਣੀ ਕੰਦਾਕੇ ਦੇ ਸਾਰੇ ਖਜ਼ਾਨੇ ਦਾ ਮੁਖੀਆ ਸੀ। 침례를 받는 내용이 되겠습니다. 많은 ਪਹਿਲੇ ਚਰਚ ਦੇ ਕਈ ਰਸੂਲਾਂ ਵਿੱਚੋਂ ਫਿਲਿਪੁਸ ਨੇ ਇੱਥੇ ਕੀ ਕੀਤਾ? 필립이 이걸 ਤਦ ਫਿਲਿਪੁਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਸ ਲਿਖਤ ਤੋਂ ਸ਼ੁਰੂ ਕਰਕੇ ਯੀਸ਼ੂ ਦੀ ਖੁਸ਼ਖਬਰੀ ਉਸ ਨੂੰ ਸੁਣਾਈ। 이 당시에 예수 ਉਸ ਸਮੇਂ ਮੁਕਤੀਦਾਤਾ ਯੀਸ਼ੂ ਦਾ ਨਾਮ ਆਮ ਤੌਰ ਤੇ ਜਾਣਿਆ ਜਾਣ ਵਾਲਾ ਨਾਮ ਨਹੀਂ ਸੀ। 하나님을 믿는 사람들의 ਉਸ ਸਮੇਂ ਮੁਕਤੀਦਾਤਾ ਦੇ ਨਾਮ ਦੇ ਰੂਪ ਵਿੱਚ ਯਹੋਵਾ ਦੇ ਨਾਮ ਦੇ ਇਲਾਵਾ ਕੋਈ ਹੋਰ ਨਾਮ ਨਹੀਂ ਦਿੱਤਾ ਗਿਆ ਸੀ। 그런 시대였습니다. 그런데 ਪਰ ਫਿਲਿਪੁਸ ਖੋਜੇ ਕੋਲ ਗਿਆ, ਉਸ ਨੂੰ ਯਸ਼ਾਇਆ ਨਬੀ ਦੀ ਪੋਥੀ ਪੜ੍ਹਦੇ ਹੋਏ ਦੇਖਿਆ ਅਤੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਇਹ ਭਾਗ ਕਿਸ ਦੀ ਗਵਾਹੀ ਦੇ ਰਿਹਾ ਹੈ? 뭐 누가 가르쳐 주는 사람 없으니까 ਉਸ ਖੋਜੇ ਨੇ ਜਵਾਬ ਦਿੱਤਾ, ਮੈਂ ਨਹੀਂ ਜਾਣਦਾ ਕਿ ਇਹ ਕਿਸ ਬਾਰੇ ਗਵਾਹੀ ਦੇ ਰਿਹਾ ਹੈ, ਕਿਉਂਕਿ ਮੇਰੇ ਸਿਖਾਉਣ ਵਾਲਾ ਕੋਈ ਨਹੀਂ ਹੈ। 동행하면서 그 이사야 선지자의 ਇਸ ਲਈ ਫਿਲਿਪੁਸ ਨੇ ਉਸ ਨੂੰ ਇਹ ਕਹਿੰਦੇ ਹੋਏ ਸਿਖਾਇਆ ਜਿਸ ਬਾਰੇ ਯਸ਼ਾਇਆ ਨਬੀ ਗਵਾਹੀ ਦੇ ਰਿਹਾ ਹੈ, ਉਹ ਯੀਸ਼ੂ ਹੈ। 내시에게 ਇਸ ਤਰ੍ਹਾਂ ਰਸੂਲਾਂ ਦੇ ਕਰਤੱਵ ਅਧਿਆਇ 8 ਵਿੱਚ ਫਿਲਿਪੁਸ ਨੇ ਯੀਸ਼ੂ ਬਾਰੇ ਪ੍ਰਚਾਰ ਕੀਤਾ ਤਾਂ ਜੋ ਖੋਜਾ ਉਹਨਾਂ ਉੱਤੇ ਵਿਸ਼ਵਾਸ ਕਰ ਸਕੇ। ਕਿਸੇ ਵੀ ਯੁੱਗ ਵਿੱਚ ਜੋ ਪਰਮੇਸ਼ਵਰ ਦੇ ਰਾਜ ਦੇ ਯੋਗ ਹਨ, ਉਹ ਇਸ ਤਰ੍ਹਾਂ ਦਾ ਜੀਵਨ ਜਿਉਂਦੇ ਹਨ। 알고 있습니다. ਫਿਲਿਪੁਸ ਨੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕੀਤਾ। 초대교회 ਪਹਿਲੇ ਚਰਚ ਦੇ ਮੈਂਬਰਾਂ ਨੇ ਵੀ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕੀਤਾ। 다시 말해 ਦੂਜੇ ਸ਼ਬਦਾਂ ਵਿੱਚ ਉਹ ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਯੋਗ ਹਨ। 여김을 받은 자들이라고 볼 수가 있겠죠. ਆਓ ਅਸੀਂ ਉਸ ਦ੍ਰਿਸ਼ ਨੂੰ ਦੇਖੀਏ ਜਿੱਥੇ ਪਤਰਸ ਗਵਾਹੀ ਦਿੰਦਾ ਹੈ ਕਿ ਯੀਸ਼ੂ ਹੀ ਮਸੀਹ ਹੈ। 장면을 한번 보도록 합시다. 사도행전 ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 4 ਵਚਨ 11 ਦੇਖੀਏ। 사도행전 4장 ਰਸੂਲਾਂ ਅਧਿਆਇ 4 ਵਚਨ 11 ਵਿੱਚ ਇਹ ਕਹਿੰਦਾ ਹੈ, 이 예수는 너희 ਇਹ ਉਹ ਪੱਤਰ ਹੈ ਜਿਹਨੂੰ ਤੁਸਾਂ ਰਾਜਾਂ ਨੇ ਰੱਦਿਆ, ਜਿਹੜਾ ਖੂੰਜੇ ਦਾ ਸਿਰਾ ਹੋ ਗਿਆ, ਅਰ ਕਿਸੇ ਦੋਏ ਤੋਂ ਮੁਕਤੀ ਨਹੀਂ, ਕਿਉਂ ਜੋ ਆਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ। 말씀이니라 하였더라 하고 있습니다. ਫਿਰ ਯੀਸ਼ੂ ਦੇ ਪਹਿਲੀ ਵਾਰ ਆਉਣ ਦੇ ਸਮੇਂ ਦੀ ਤੁਲਨਾ ਵਿੱਚ ਸਾਡੀ ਸਥਿਤੀ ਕੀ ਹੈ? 너무 똑같습니다. ਇਹ ਬਹੁਤ ਸਮਾਨ ਹੈ। ਮੁਕਤੀਦਾਤੇ ਦਾ ਨਾਮ ਜੋ ਉਸ ਸਮੇਂ ਜਾਣਿਆ ਜਾਂਦਾ ਸੀ, ਉਹ ਯਹੋਵਾ ਸੀ। 예수라는 그 이름 ਅਜਿਹੇ ਸਮੇਂ ਵਿੱਚ ਜਦੋਂ ਲੋਕ ਯੀਸ਼ੂ ਨੂੰ ਸਿਰਫ ਤਰਖਾਣ ਦੇ ਪੁੱਤਰ ਦੇ ਰੂਪ ਵਿੱਚ ਜਾਣਦੇ ਸੀ, ਰਸੂਲਾਂ ਨੇ ਦਲੇਰੀ ਨਾਲ ਗਵਾਹੀ ਦਿੱਤੀ, 예수에는 다른 ਯੀਸ਼ੂ ਤੋਂ ਬਿਨਾਂ ਹੋਰ ਕੋਈ ਮੁਕਤੀਦਾਤਾ ਨਹੀਂ ਹੈ।
구원을 받을 만한 ਸਵਰਗ ਦੇ ਹੇਠਾਂ ਮਨੁੱਖਾਂ ਵਿੱਚ ਹੋਰ ਕੋਈ ਦੂਸਰਾ ਨਾਮ ਨਹੀਂ ਦਿੱਤਾ ਗਿਆ ਹੈ 사도들은 ਜਿਸ ਦੁਆਰਾ ਅਸੀਂ ਮੁਕਤੀ ਪਾ ਸਕੀਏ। 그러니까 그 ਮੁਕਤੀਦਾਤਾ ਦਾ ਨਾਮ 1 ਤੋਂ 2, 2 ਤੋਂ 4, 4 ਤੋਂ 8, 8 ਤੋਂ 16 ਅਤੇ 16 ਤੋਂ 32 ਲੋਕਾਂ ਵਿੱਚ ਫੈਲ ਗਿਆ। 사람에게서 16사람 또 16사람에게서 32사람 ਹੌਲੀ ਹੌਲੀ ਇਹ ਨਾਮ ਯਹੂਦੀਆ ਦੇ ਹਰ ਸ਼ਹਿਰ ਵਿੱਚ ਫੈਲ ਗਿਆ। 전하게 되었던 것이죠. ਉਹ ਮੁਕਤੀਦਾਤਾ ਦੇ ਇਸ ਨਵੇਂ ਨਾਮ ਦਾ ਪ੍ਰਚਾਰ ਕਰ ਸਕੇ ਕਿਉਂਕਿ ਉਹਨਾਂ ਨੂੰ ਪਰਮੇਸ਼ਵਰ ਉੱਤੇ ਸੰਪੂਰਨ ਵਿਸ਼ਵਾਸ ਸੀ। 수가 있었고 ਉਹਨਾਂ ਨੇ ਪੂਰੇ ਵਿਸ਼ਵਾਸ ਨਾਲ ਪ੍ਰਚਾਰ ਕੀਤਾ ਕਿ ਯਿਸੂ ਹੀ ਮਸੀਹਾ ਅਤੇ ਸੱਚਾ ਮਸੀਹ ਹੈ ਜੋ ਮਨੁੱਖ ਜਾਤੀ ਨੂੰ ਬਚਾਉਣ ਲਈ ਇਸ ਧਰਤੀ ਉੱਤੇ ਆਏ ਹਨ। 저들은 기탄 없이 얘기했다고 했습니다. ਉਹਨਾਂ ਨੇ ਬਿਨਾਂ ਇੱਛਾ ਡਰਦੇ ਹੋਏ ਜਾਂ ਨਿਰਾਸ਼ਾ ਨਾਲ ਗੱਲ ਨਹੀਂ ਕੀਤੀ 좌절하면서 ਪਰ ਦਲੇਰੀ ਨਾਲ ਉਸ ਬਾਰੇ ਗਵਾਹੀ ਦਿੱਤੀ। 기탄 없이 증거했던 장면을 볼 수 있습니다. 이런 분들이 ਅਜਿਹੇ ਲੋਕਾਂ ਨੂੰ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਯੋਗ ਮੰਨਿਆ ਗਿਆ ਸੀ। 입었고 ਜਿਵੇਂ ਕਿ ਦਾਨੀਏਲ ਅਧਿਆਇ 12 ਵਿੱਚ ਲਿਖਿਆ ਗਿਆ ਹੈ, ਇਹ ਉਹ ਸੀ ਜੋ ਬਹੁਤਿਆਂ ਨੂੰ ਧਰਮੀ ਬਣਾਉਂਦੇ ਹਨ ਅਤੇ ਉਸ ਵਡਿਆਈ ਨੂੰ ਪ੍ਰਾਪਤ ਕਰਦੇ ਹਨ ਜੋ ਸਦਾ ਲਈ ਤਾਰਿਆਂ ਵਾਂਗ ਚਮਕਦੀ ਰਹੇਗੀ। 그러한 영광 가운데 나아갔던 사람들이었습니다. ਇਸੇ ਤਰ੍ਹਾਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਸਾਨੂੰ ਸੰਕੋਚ ਕਰਨ ਦੀ ਕੋਈ ਲੋੜ ਨਹੀਂ ਹੈ। 성경에 다 ਅਜਿਹਾ ਇਸ ਲਈ ਹੈ ਕਿਉਂਕਿ ਬਾਈਬਲ ਵਿੱਚ ਮੁਕਤੀਦਾਤਾ ਦੇ ਨਾਮ ਦੀ ਭਵਿੱਖਬਾਣੀ ਕੀਤੀ ਗਈ ਹੈ। 오셔서 구원을 ਅਸੀਂ ਸਿੱਖਿਆ ਹੈ ਕਿ ਸਿਯੋਨ ਉਹ ਸਥਾਨ ਹੈ ਜਿਸ ਨੂੰ ਪਰਮੇਸ਼ਵਰ ਨੇ ਖੁਦ ਸਾਡੀ ਮੁਕਤੀ ਲਈ ਸਥਾਪਿਤ ਕੀਤਾ ਹੈ 예정하신 곳이 ਅਤੇ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਵਰ ਨੇ ਸਾਨੂੰ ਸਦੀਪਕ ਜੀਵਨ ਅਤੇ ਪਾਪਾਂ ਦੀ ਮਾਫੀ ਦੀ ਆਸ਼ੀਸ਼ ਦੇਣ ਲਈ ਪਹਿਲਾਂ ਤੋਂ ਨਿਰਧਾਰਿਤ ਕੀਤਾ ਹੈ। 였다는 그 사실을 살펴봤습니다. 그렇다면 ਆਰਕਬੋਲਡ ਵਾਂਗ ਜੋ ਰੋਕਫੈਲਰ ਦੀ ਤੇਲ ਕੰਪਨੀ ਦੇ ਰਾਸ਼ਟਰਪਤੀ ਬਣੇ, 사람처럼 ਜਦੋਂ ਵੀ ਅਸੀਂ ਕੋਈ ਗੱਲਬਾਤ ਸ਼ੁਰੂ ਕਰਦੇ ਹਾਂ ਤਦ ਸਾਨੂੰ ਹਮੇਸ਼ਾ ਸਾਡੇ ਪਿਤਾ, ਸਾਡੀ ਮਾਤਾ, ਸਿਯੋਨ ਅਤੇ ਨਵੇਂ ਨਾਮ ਬਾਰੇ ਸ਼ੇਖੀ ਮਾਰਨੀ ਚਾਹੀਦੀ ਹੈ। 자랑하고 새 언약을 자랑하고 ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਨੂੰ ਮਿਲਦੇ ਹੋ। ਜੇਕਰ ਤੁਸੀਂ ਪਹਿਲਾਂ ਅਜਿਹਾ ਕਰਦੇ ਹੋ 이렇게 된다라고 한다. ਤਾਂ ਤੁਹਾਨੂੰ ਸ਼ਾਇਦ ਇੱਕ ਉਪਨਾਮ ਮਿਲੇਗਾ ਜਿਵੇਂ ਉਹਨਾਂ ਨੂੰ ਮਿਲਿਆ ਸੀ। 얻게 될 겁니다. ਆਰਕਬੋਲਡ ਲਈ ਇੱਕ ਬੈਰਲ ਤੇਲ 한 통에 $4 ਇੱਕ ਉਪਨਾਮ ਤੋਂ ਵੱਧ ਹੈ। 명이라기보다 ਇਹ ਸਨਮਾਨ ਦਾ ਮੈਡਲ ਬਣ ਗਿਆ। 영예로운 훈장이 된 것입니다. 본인이 그만큼 ਉਹਨਾਂ ਨੇ ਆਪਣੀ ਕੰਪਨੀ ਲਈ ਬਹੁਤ ਜੋਸ਼ ਅਤੇ ਪਿਆਰ ਨਾਲ ਕੰਮ ਕੀਤਾ। 을 가지고 일을 하게 되니까 ਨਤੀਜੇ ਵਜੋਂ ਰਾਸ਼ਟਰਪਤੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ। 평직원에서 ਭਾਵੇਂ ਉਹਨਾਂ ਨੇ ਇੱਕ ਆਮ ਕਰਮਚਾਰੀ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਪਰ ਆਖਰਕਾਰ ਉਹ ਇੱਕ ਤੇਲ ਕੰਪਨੀ ਦੇ ਰਾਸ਼ਟਰਪਤੀ ਬਣੇ। 한 사람이 ਆਤਮਿਕ ਦੁਨੀਆ ਵਿੱਚ ਵੀ ਅਜਿਹਾ ਹੀ ਹੈ। 영적으로도 다 마찬가지입니다. ਆਤਮਿਕ ਤੌਰ ਤੇ ਜਿਨ੍ਹਾਂ ਨੇ 2 ਹੋਰ ਤੋੜੇ ਕਮਾਏ ਹਨ ਉਹ 2 ਤੋੜਿਆਂ ਦੇ ਯੋਗ ਹੈ ਅਤੇ ਜਿਨ੍ਹਾਂ ਨੇ 5 ਹੋਰ ਤੋੜੇ ਕਮਾਏ ਹਨ ਉਹ 5 ਤੋੜਿਆਂ ਦੇ ਯੋਗ ਹਨ। ਕਿ ਯੀਸ਼ੂ ਨੇ ਇਹ ਨਹੀਂ ਕਿਹਾ ਕਿ ਉਹ ਸਾਡੇ ਲਈ ਵੀ ਅਜਿਹਾ ਹੀ ਕਰਨਗੇ। ਫਿਲਿਪੁਸ ਨੇ ਯੀਸ਼ੂ ਬਾਰੇ ਗਵਾਹੀ ਦਿੱਤੀ ਅਤੇ ਪਤਰਸ ਨੇ ਯੀਸ਼ੂ ਬਾਰੇ ਗਵਾਹੀ ਦਿੱਤੀ। 증거했고 ਰਸੂਲਾਂ ਅਧਿਆਇ 16 ਵਿੱਚ ਇੱਕ ਅਜਿਹਾ ਦ੍ਰਿਸ਼ ਹੈ ਜਿੱਥੇ ਰਸੂਲ ਪੌਲਸ ਨੇ ਵੀ ਯੀਸ਼ੂ ਬਾਰੇ ਗਵਾਹੀ ਦਿੱਤੀ। 장면이 있습니다. ਪਵਿੱਤਰ ਆਤਮਾ ਦੇ ਯੁੱਗ ਵਿੱਚ ਸਾਨੂੰ ਕਿਸ ਦੀ ਗਵਾਹੀ ਦੇਣੀ ਚਾਹੀਦੀ ਹੈ? 해야 할 일들이 ਅਸੀਂ ਅਤੀਤ ਵਿੱਚੋਂ ਇਸ ਦਾ ਜਵਾਬ ਲੱਭ ਸਕਦੇ ਹਾਂ। 그래서 발견해야 되겠습니다. 사도행전 ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 16 ਵਚਨ 31 ਦੇਖੀਏ। ਉਹਨਾਂ ਆਖਿਆ, ਪ੍ਰਭੂ ਯੀਸ਼ੂ ਤੇ ਨੇਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ। 라고 했습니다. 자, 여기에도 ਇੱਥੇ ਵੀ 사도 바울이 ਜਦੋਂ ਰਸੂਲ ਪੌਲਸ ਜੇਲ੍ਹ ਵਿੱਚ ਸੀ ਤਦ ਉਸਨੇ ਪਰਮੇਸ਼ਵਰ ਦੀ ਵਡਿਆਈ ਕੀਤੀ। 하나님께 영광을 돌리고 찬송을 불러서 ਅਚਾਨਕ ਇੱਕ ਅਜਿਹਾ ਹਿੰਸਕ ਭੁਚਾਲ ਆਇਆ। 이기게 되고 아주 큰 ਸਾਰਿਆਂ ਦੀਆਂ ਜੰਜੀਰਾਂ ਢਿੱਲੀਆਂ ਹੋ ਗਈਆਂ ਅਤੇ ਜੇਲ੍ਹ ਦੇ ਦਰਵਾਜ਼ੇ ਖੁੱਲ ਗਏ। 옥문이 열리고 말이죠. 이 간수가 ਦਰੋਗਾ ਇਹ ਸੋਚ ਕੇ ਹੈਰਾਨ ਹੋਇਆ ਸਾਰੇ ਕੈਦੀ ਭੱਜ ਗਏ ਹੋਣਗੇ। 망했구나. 이 깜짝 놀라서 칼을 빼앗아 ਇਸ ਲਈ ਉਸਨੇ ਆਪਣੀ ਤਲਵਾਰ ਕੱਢੀ ਅਤੇ ਆਪਣੇ ਆਪ ਨੂੰ ਮਾਰਨ ਵਾਲਾ ਸੀ ਪਰ ਪੌਲਸ ਅਤੇ ਸਿਲਾਸ ਨੇ ਉਸ ਨੂੰ ਰੋਕ ਦਿੱਤਾ। ਦਰੋਗਾ ਨੇ ਸੋਚਿਆ ਇਹ ਲੋਕ ਆਮ ਲੋਕ ਨਹੀਂ ਹਨ। 보통 분들이 아니구나. ਅਲੌਕਿਕ ਘਟਨਾਵਾਂ ਤੋਂ ਵੀ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ। 이들을 ਜ਼ਰੂਰ ਹੀ ਕੋਈ ਮਹਾਨ ਪਰਮੇਸ਼ਵਰ ਉਹਨਾਂ ਦੀ ਰੱਖਿਆ ਕਰ ਰਹੇ ਹੋਣਗੇ। 헌신히 돕고 있구나 말이야. ਇਸ ਲਈ ਦਰੋਗਾ ਨੇ ਉਹਨਾਂ ਨੂੰ ਪੁੱਛਿਆ, ਹੇ ਮਹਾਪੁਰਖੋ ਇਸ ਯੁੱਗ ਵਿੱਚ ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ? 하지 않고 얘기했어. ਉਹਨਾਂ ਆਖਿਆ, ਪ੍ਰਭੂ ਯੀਸ਼ੂ ਤੇ ਨੇਚਾ ਕਰਤਾ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ। 구원을 받게 될 것이오. ਉਸ ਸਮੇਂ ਦਰੋਗਾ ਉਹਨਾਂ ਨੂੰ ਆਪਣੇ ਘਰ ਲੈ ਗਿਆ, 그 맞은 ਉਹਨਾਂ ਦੇ ਸਾਰੇ ਜ਼ਖਮ ਧੋਤੇ ਅਤੇ ਉਹਨਾਂ ਦੇ ਅੱਗੇ ਭੋਜਨ ਪਰੋਸਿਆ। 그렇게 해서 ਬਾਅਦ ਵਿੱਚ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬਪਤਿਸਮਾ ਲਿਆ ਤੇ ਮੁਕਤੀ ਪਾਈ। 교회의 그 역사를 ਹੁਣ ਅਸੀਂ ਪਹਿਲੇ ਚਰਚ ਦੇ ਅਜਿਹੇ ਅਦਭੁਤ ਕੰਮ ਨੂੰ ਦੇਖ ਸਕਦੇ ਹਾਂ।
여기에서 이제 지금 ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਪਹਿਲੇ ਚਰਚ ਦੇ ਸੰਤ ਹਮੇਸ਼ਾ ਯਿਸੂ ਬਾਰੇ ਪ੍ਰਚਾਰ ਕਰ ਰਹੇ ਸੀ, 당시에 ਜਿਨ੍ਹਾਂ ਨੂੰ ਉਸ ਸਮੇਂ ਲੋਕ ਮੁਸ਼ਕਿਲ ਨਾਲ ਜਾਣਦੇ ਸੀ। 하고 있다는 이 사실을 발견할 수가 있습니다. ਫਿਲਿਪੁਸ ਨੇ ਖੋਜੇ ਨੂੰ ਕਿਹਾ, ਯਿਸੂ ਉੱਤੇ ਵਿਸ਼ਵਾਸ ਕਰ। 또 ਪਤਰਸ ਨੇ ਵੀ ਕਈ ਲੋਕਾਂ ਦੇ ਸਾਹਮਣੇ ਪ੍ਰਚਾਰ ਕੀਤਾ ਕਿ ਯਿਸੂ ਦੇ ਨਾਮ ਤੋਂ ਇਲਾਵਾ ਪਰਮੇਸ਼ਵਰ ਨੇ ਸਾਨੂੰ ਕਦੇ ਕੋਈ ਦੂਸਰਾ ਨਾਮ ਨਹੀਂ ਦਿੱਤਾ ਜਿਸ ਦੁਆਰਾ ਅਸੀਂ ਮੁਕਤੀ ਪਾ ਸਕੀਏ। 사도 바울 ਪੌਲਸ ਰਸੂਲ ਨੇ ਦਰੋਗਾ ਨੂੰ ਕੀ ਪ੍ਰਚਾਰ ਕੀਤਾ? 뭐라고 했습니까? ਪ੍ਰਭੂ ਯਿਸੂ ਉੱਤੇ ਨੇਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ। 축복이 주어지게 될 것입니다. ਅੱਜ ਪਵਿੱਤਰ ਆਤਮਾ ਦੇ ਯੁੱਗ ਵਿੱਚ ਯਿਸੂ ਦਾ ਨਾਮ ਵਿਆਪਕ ਤੌਰ ਤੇ ਜਾਣਿਆ ਜਾਂਦਾ ਹੈ, ਪਰ ਪਹਿਲੇ ਚਰਚ ਦੇ ਯੁੱਗ ਵਿੱਚ ਯਿਸੂ ਦਾ ਨਾਮ ਮੁਸ਼ਕਿਲ ਨਾਲ ਜਾਣਿਆ ਜਾਂਦਾ ਸੀ 또 않았고 ਅਤੇ ਨਾ ਹੀ ਲੋਕ ਜਾਣਦੇ ਸੀ ਕਿ ਯਿਸੂ ਕੌਣ ਹਨ। 신지도 알지 못했던 ਉਹ ਅਜਿਹੇ ਯੁੱਗ ਵਿੱਚ ਯਿਸੂ ਬਾਰੇ ਪ੍ਰਚਾਰ ਕਰ ਰਹੇ ਸੀ। 예수님을 전하고 있습니다. ਪਵਿੱਤਰ ਆਤਮਾ ਦੇ ਯੁੱਗ ਵਿੱਚ ਸਾਨੂੰ ਸਾਰਿਆਂ ਨੂੰ ਮਸੀਹ ਅਨਸੰਗ ਹੁੰਗ ਜੀ ਬਾਰੇ ਪ੍ਰਚਾਰ ਕਰਨ ਦਾ ਮਿਸ਼ਨ ਦਿੱਤਾ ਗਿਆ ਹੈ। ਇਸ ਯੁੱਗ ਵਿੱਚ ਕੀ ਕੋਈ ਹੋਰ ਨਾਮ ਹੈ ਜਿਸ ਦੁਆਰਾ ਸਾਨੂੰ ਬਚਾਇਆ ਜਾਣਾ ਚਾਹੀਦਾ ਹੈ? 다른 이름으로 ਕੋਈ ਹੋਰ ਨਾਮ ਨਹੀਂ ਹੈ ਜਿਸ ਦੁਆਰਾ ਅਸੀਂ ਮੁਕਤੀ ਪਾ ਸਕਦੇ ਹਾਂ। ਅਸੀਂ ਮਸੀਹੀ ਅਨਸੰਗ ਹੁੰਗ ਜੀ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਜੀ ਬਿਨਾਂ ਮੁਕਤੀ ਨਹੀਂ ਪਾ ਸਕਦੇ ਹਾਂ। 구원이 안 되기 때문에 ਇਸ ਲਈ ਸਾਨੂੰ ਮਸੀਹੀ ਅਨਸੰਗ ਹੁੰਗ ਜੀ, ਸਵਰਗੀ ਮਾਤਾ, ਸਿਯੋਨ, ਨਵੇਂ ਨੇਮ, ਪਸਾ ਅਤੇ ਪਰਮੇਸ਼ਵਰ ਦੇ ਪਰਬਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਜੇਕਰ ਅਸੀਂ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਇਹਨਾਂ ਸੰਦੇਸ਼ਾਂ ਦਾ ਪ੍ਰਚਾਰ ਕਰਨ ਦੀ ਆਦਤ ਬਣਾ ਲਈਏ, ਤਦ ਕੀ ਪਰਮੇਸ਼ਵਰ ਸਾਨੂੰ ਸਵਰਗ ਵਿੱਚ ਸ਼ਾਹੀ ਯਾਜਕ ਦਾ ਅਹੁਦਾ ਨਹੀਂ ਸੌਂਪਣਗੇ? 시게 주시지 않겠습니까? ਆਓ ਅਸੀਂ ਪਰਮੇਸ਼ਵਰ ਦੇ ਰਾਜ ਦੇ ਯੋਗ ਬਣੀਏ। ਇੱਕ ਹੋਰ ਵਚਨ ਪੜਨ ਤੋਂ ਬਾਅਦ ਮੈਂ ਉਪਦੇਸ਼ ਸਮਾਪਤ ਕਰਨਾ ਚਾਹਾਂਗਾ। 후서 ਆਓ ਅਸੀਂ ਦੂਸਰਾ ਥਿਸਲੋਨੀਕੀਓ ਅਧਿਆਇ 1 ਉੱਤੇ ਜਾਈਏ। ਆਓ ਅਸੀਂ ਦੂਸਰਾ ਥਿਸਲੋਨੀਕੀਓ ਅਧਿਆਇ 1 ਵਚਨ 4 ਦੇਖੀਏ। 그리고 ਇੱਥੋਂ ਤੋੜੀ 참는 ਜੋ ਤੁਹਾਡੇ ਉਸ ਧੀਰਜ ਅਤੇ ਨੇਚਾ ਦੇ ਕਾਰਨ 일어나는 이 ਜੋ ਤੁਸੀਂ ਜ਼ੁਲਮ ਅਤੇ ਬਿਪਤਾ ਦੇ ਝੱਲਣ ਵਿੱਚ ਰੱਖਦੇ ਹੋ, 환란 중에서 ਅਸੀਂ ਪਰਮੇਸ਼ਵਰ ਦੀਆਂ ਸਾਰੀਆਂ ਕਲੀਸਿਆਵਾਂ ਵਿੱਚ ਤੁਹਾਡੇ ਉੱਤੇ ਅਪਮਾਨ ਕਰਦੇ ਹਾਂ। 교회에서 ਇਹ ਉਹ ਗੱਲਾਂ ਹਨ ਜਿਨ੍ਹਾਂ ਦਾ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਸਮੇਂ ਅਨੁਭਵ ਕਰਦੇ ਹਾਂ। 심판의 표요 ਇਹ ਪਰਮੇਸ਼ਵਰ ਦੇ ਯਥਾਰਥ ਨਿਯਮ ਦਾ ਪ੍ਰਮਾਣ ਹੈ। ਭਾਈ ਤੁਸੀਂ ਪਰਮੇਸ਼ਵਰ ਦੇ ਰਾਜ ਦੇ ਯੋਗ ਗਿਣੇ ਜਾਓ, ਜਿਹਦੇ ਲਈ ਤੁਸੀਂ ਦੁੱਖ ਵੀ ਭੋਗਦੇ ਹੋ। 고난을 받는 일을 하고 있습니다. ਜਦੋਂ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ ਤਦ ਕੁਝ ਮੁਸ਼ਕਿਲ ਸਥਿਤੀਆਂ ਹੋ ਸਕਦੀਆਂ ਹਨ। ਆਓ ਅਸੀਂ ਇਹਨਾਂ ਸਾਰੀਆਂ ਸਥਿਤੀਆਂ ਉੱਤੇ ਜਿੱਤ ਪ੍ਰਾਪਤ ਕਰੀਏ ਤਾਂ ਜੋ ਸਾਨੂੰ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਯੋਗ ਸਮਝਿਆ ਜਾ ਸਕੇ। 꼭 되도록 합시다. 그동안 ਜੇਕਰ ਅਸੀਂ ਵੱਖ-ਵੱਖ ਕਾਰਨਾਂ ਤੋਂ ਝਿਜਕਦੇ ਹਾਂ ਤਾਂ ਇਸ ਸਾਲ ਸਾਨੂੰ ਆਪਣੇ ਸਾਰੇ ਡਰ ਅਤੇ ਝਿਜਕ ਨੂੰ ਦੂਰ ਕਰਕੇ ਪ੍ਰਚਾਰ ਕਰਨਾ ਚਾਹੀਦਾ ਹੈ। 다 알려줘야 됩니다. 알리는 것이 ਪ੍ਰਚਾਰ ਕਰਨ ਦਾ ਮੁੱਖ ਮਕਸਦ ਲੋਕਾਂ ਨੂੰ ਸੱਚਾਈ ਬਾਰੇ ਦੱਸਣਾ ਹੈ। 열매가 이제 ਨਤੀਜੇ ਵਜੋਂ ਅਸੀਂ ਓਨੇ ਹੀ ਫਲ ਪੈਦਾ ਕਰਾਂਗੇ ਜਿੰਨੀ ਪਰਮੇਸ਼ਵਰ ਆਗਿਆ ਦਿੰਦੇ ਹਨ, ਹੈ ਨਾ? ਆਓ ਅਸੀਂ ਸਾਰੇ ਅਜਿਹਾ ਟੀਚਾ ਨਿਰਧਾਰਿਤ ਕਰੀਏ। ਮੈਂ 1 ਮਹੀਨੇ ਵਿੱਚ ਕਿੰਨੇ ਲੋਕਾਂ ਨੂੰ ਸੱਚਾਈ ਦਾ ਪ੍ਰਚਾਰ ਕਰਾਂਗਾ? 알려줄까? ਗੱਲਬਾਤ ਵਿੱਚ ਕਿੰਨੀ ਵਾਰ ਮੈਂ ਪਰਮੇਸ਼ਵਰ ਬਾਰੇ ਸ਼ੇਖੀ ਮਾਰਾਂਗਾ? ਜਦੋਂ ਅਸੀਂ ਕੋਈ ਉਪਦੇਸ਼ ਸੁਣਦੇ ਹਾਂ ਤਦ ਸਾਨੂੰ ਪ੍ਰਚਾਰ ਕਰਨ ਦਾ ਮਨ ਕਰਦਾ ਹੈ, 설교를 ਪਰ ਜਦੋਂ ਅਸੀਂ ਚਰਚ ਨੂੰ ਛੱਡਦੇ ਹਾਂ ਤਦ ਇਹ ਸਾਰੇ ਅਹਿਸਾਸ ਵਿਅਰਥ ਹੋ ਜਾਂਦੇ ਹਨ। ਸਾਨੂੰ ਇਸ ਪ੍ਰਕਾਰ ਦਾ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਹੈ। ਨਵੇਂ ਨੇਮ ਦਾ ਸਿਧਾਂਤ ਨਾ ਸਿਰਫ ਵਚਨ ਨੂੰ ਸੁਣਨ ਦੁਆਰਾ ਬਣਾਇਆ ਜਾ ਸਕਦਾ ਹੈ, ਸਗੋਂ ਇਸ ਨੂੰ ਸੁਣਨ ਅਤੇ ਅਮਲ ਵਿੱਚ ਲਿਆਉਣ ਦੁਆਰਾ ਬਣਾਇਆ ਜਾ ਸਕਦਾ ਹੈ। 하나님께 그런 것을 잘 해낼 수 있도록 ਆਓ ਅਸੀਂ ਪਰਮੇਸ਼ਵਰ ਨੂੰ ਇਸ ਤਰ੍ਹਾਂ ਦੀਆਂ ਕਈ ਪ੍ਰਾਰਥਨਾਵਾਂ ਚੜਾਈਏ। ਇਹ ਖੁਸ਼ਖਬਰੀ ਦਾ ਕੰਮ ਕਰਨ ਲਈ ਕਿਰਪਾ ਕਰਕੇ ਮੈਨੂੰ ਵਿਸ਼ਵਾਸ ਅਤੇ ਹਿੰਮਤ ਦਿਓ। हे ਪਰਮੇਸ਼ਵਰ, ਕਿਰਪਾ ਕਰਕੇ ਆਤਮਾਵਾਂ ਦੀ ਅਗਵਾਈ ਪਰਮੇਸ਼ਵਰ ਦੀਆਂ ਬਾਹਾਂ ਵਿੱਚ ਕਰਨ ਵਿੱਚ ਮੇਰੀ ਸਹਾਇਤਾ ਕਰੋ। 뭐 나쁜 일을 ਅਸੀਂ ਬੁਰੀ ਚੀਜ਼ ਨਹੀਂ ਮੰਗ ਰਹੇ ਹਾਂ, ਪਰ ਅਸੀਂ ਉਹ ਮੰਗ ਰਹੇ ਹਾਂ ਜੋ ਪਿਤਾ ਅਤੇ ਮਾਤਾ ਦੀ ਨਜ਼ਰ ਵਿੱਚ ਚੰਗਾ ਹੈ। 왜 ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਉਂ ਨਹੀਂ ਦਿੰਦੇ? 까지 ਇਸ ਤੋਂ ਇਲਾਵਾ ਪਰਮੇਸ਼ਵਰ ਸਾਡੇ ਉੱਤੇ ਪਵਿੱਤਰ ਆਤਮਾ ਬਰਸਾਉਣਗੇ। 우선 ਅਸੀਂ ਪਹਿਲਾਂ ਸਧਾਰਨ ਪ੍ਰਚਾਰ ਵਿੱਚ ਹਿੱਸਾ ਲੈਣ ਦੁਆਰਾ ਸ਼ੁਰੂ ਕਰ ਸਕਦੇ ਹਾਂ। 되시고 가족 ਜਦੋਂ ਵੀ ਅਸੀਂ ਘਰ ਵਿੱਚ ਹੋਈਏ ਜਾਂ ਦੂਸਰਿਆਂ ਨਾਲ ਗੱਲਬਾਤ ਕਰੀਏ ਤਾਂ ਆਓ ਅਸੀਂ ਮਸੀਹ ਅਨਸੰਗ ਹੁੰਗ ਜੀ, ਮਾਤਾ ਪਰਮੇਸ਼ਵਰ, ਸਿਯੋਨ ਅਤੇ ਸੱਚਾਈ ਬਾਰੇ ਸ਼ੇਖੀ ਮਾਰੀਏ। ਇਹਨਾਂ ਵਿੱਚੋਂ ਕੋਈ ਵੀ ਵਿਸ਼ੇ ਕਰ ਸਕਦੇ ਹਾਂ। ਮੈਂ ਤੁਹਾਨੂੰ ਆਪਣੇ ਲਈ ਇਸ ਤਰ੍ਹਾਂ ਦੀ ਸੰਚਾਰ ਵਿਧੀ ਵਿਕਸਿਤ ਕਰਨ ਲਈ ਕਹਿਣਾ ਚਾਹਾਂਗਾ। 개발해 보시길 부탁. ਇਸ ਤਰ੍ਹਾਂ ਆਓ ਅਸੀਂ ਸਾਰੇ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਯੋਗ ਬਣੀਏ। ਇਹ ਉਮੀਦ ਕਰਦੇ ਹੋਏ ਕਿ ਤੁਸੀਂ ਬਹੁਤ ਕਿਰਪਾ ਪ੍ਰਾਪਤ ਕੀਤੀ ਹੋਵੇਗੀ, ਮੈਂ ਇਸ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।